दया की याचना करो, तेरी आराधना करूं। तू है महान सर्वशक्तिमान, तू है मेरे जीवन का संगीत। तू है महान सर्वशक्तिमान, तू है मेरे जीवन का संगीत। हृदय के तार छेड़े जनका, हृदय के तार छेड़े जनका। तेरी आराधना है मधुर गीत, तेरी आराधना है मधुर गीत। जीवन से मेरे तू महिमा पाए, एक ही कामना करूं, पाप क्षमा कर जीवन दे दे। दया की याचना करूं, तेरी आराधना करूं। सृष्टि के हर एक तन तन में छाया है तेरी ही महिमा का राज। सृष्टि के हर एक कण कण में छाया है तेरी ही महिमा का राज। पक्षी भी करते हैं तेरी प्रशंसा, पक्षी भी करते हैं तेरी प्रशंसा। हर पल सुनाते हैं आनंद का राग, हर पल सुनाते हैं आनंद का राग। मेरी भी भक्ति तुझे ग्रहण हो, हृदय से कामना करूं, पाप क्षमा कर जीवन दे दे। दया की याचना करूं, तेरी आराधना करूं, तेरी आराधना करूं। पाप क्षमा कर जीवन दे दे। दया की याचना करूं, तेरी आराधना करूं। है प्रभु यीशु, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੇਰੀ ਹਜ਼ੂਰੀ ਦੇ ਲਈ। ਪ੍ਰਭੂ ਜੀ, ਜੋ ਤੁਸੀਂ ਇਸ ਪਾਕ ਰੋਟੀ ਦੇ ਦੁਆਰਾ ਇਸ ਅਵਤਾਰ ਉੱਤੇ ਸਾਨੂੰ ਦਿੱਤੀ, ਪ੍ਰਭੂ ਜੀ ਅਸੀਂ ਤੇਰੀ ਹਜ਼ੂਰੀ ਨੂੰ ਲੱਭਣਾ ਚਾਹੁੰਦੇ ਹਾਂ, ਕਿਉਂਕਿ ਤੇਰੀ ਹਜ਼ੂਰੀ ਵਿੱਚ ਸ਼ਾਂਤੀ ਹੈ, ਤੇਰੀ ਹਜ਼ੂਰੀ ਵਿੱਚ ਖੁਸ਼ੀ ਹੈ, ਤੇਰੀ ਹਜ਼ੂਰੀ ਵਿੱਚ ਸਭ ਕੁਝ ਹੈ। ਪ੍ਰਭੂ ਜੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਇਸ ਸੋਹਣੇ ਮੌਕੇ ਦੇ ਲਈ, ਜਿੱਥੇ ਅਸੀਂ ਪ੍ਰਭੂ ਜੀ ਤੁਹਾਨੂੰ ਆਮਣੇ ਸਾਹਮਣੇ ਦੇਖ ਸਕਦੇ ਹਾਂ, ਤੁਹਾਨੂੰ ਮਹਿਸੂਸ ਕਰ ਸਕਦੇ ਹਾਂ, ਤੁਹਾਡੀ ਹਜ਼ੂਰੀ ਦੇ ਵਿੱਚ ਸ਼ਰਧਾ ਨਾਲ, ਪਿਆਰ ਨਾਲ, ਇੱਜ਼ਤ ਮਾਨ ਨਾਲ ਬੈਠ ਸਕਦੇ ਹਾਂ। ਪ੍ਰਭੂ ਜੀ, ਤੂੰ ਸਾਨੂੰ ਦੇਖ ਰਿਹਾ ਹੈ, ਤੂੰ ਹਮੇਸ਼ਾ ਸਾਨੂੰ ਦੇਖਦਾ ਹੈ, ਪਰ ਹੁਣ ਇਸ ਸਮੇਂ ਸੈਕਰਾਮੈਂਟ ਦੇ ਰੂਪ ਵਿੱਚ, ਇਸ ਰੋਟੀ ਦੇ ਰੂਪ ਵਿੱਚ ਤੂੰ ਸਾਨੂੰ ਦੇਖ ਰਿਹਾ। ਪ੍ਰਭੂ ਜੀ, ਤੇਰਾ ਵਾਅਦਾ ਸੀ ਕਿ ਤੁਸੀਂ ਹਮੇਸ਼ਾ ਸਾਡੇ ਨਾਲ ਰਹਿਣਾ ਚਾਹੁੰਦੇ ਹੋ, ਤੁਸੀਂ ਸਾਨੂੰ ਕਦੇ ਵੀ ਨਹੀਂ ਛੱਡਣਾ ਚਾਹੁੰਦੇ। ਇਸ ਲਈ ਤੁਸੀਂ ਸਾਡੇ ਲਈ ਇਸ ਪਾਕ ਯੂਕਰਿਸਤ ਦੀ ਸਥਾਪਨਾ ਕੀਤੀ। ਜਦੋਂ ਤੁਹਾਡਾ ਕੰਮ ਪੂਰਾ ਹੋਇਆ, ਜਦੋਂ ਤੁਸੀਂ ਆਪਣੀ ਮਿਸ਼ਨ ਨੂੰ ਪੂਰਾ ਕਰ ਲਿਆ, ਤਾਂ ਤੁਸੀਂ ਆਪਣੇ ਪਿਤਾ ਕੋਲ ਵਾਪਸ ਜਾਣਾ ਸੀ, ਪਰ ਤੁਸੀਂ ਸਾਡੇ ਕੋਲ ਆਪਣੀ ਇਸ ਹਜ਼ੂਰੀ ਨੂੰ ਛੱਡ ਦਿੱਤਾ। ਅਸੀਂ ਆਪਣੇ ਦੁੱਖਾਂ ਦੇ ਵੇਲੇ ਪ੍ਰਭੂ ਜੀ ਤੇਰੇ ਵੱਲ ਮੁੜ ਸਕਦੇ ਹਾਂ,
ਗਿਰਜਾਂ ਦੇ ਵਿੱਚ ਟੈਬਰਨਾਕਲ ਦੇ ਵੱਲ ਅਸੀਂ ਦੇਖ ਸਕਦੇ ਹਾਂ, ਤੈਨੂੰ ਆਪਣੇ ਨਾਲ ਮਹਿਸੂਸ ਕਰ ਸਕਦੇ ਹਾਂ। ਗਿਰਜਾ ਘਰਾਂ ਦੇ ਵਿੱਚ ਜਾ ਕੇ ਅਸੀਂ ਗੋਡੇ ਟੇਕ ਸਕਦੇ ਹਾਂ, ਇਹ ਜਾਣਦੇ ਹੋਏ ਕਿ ਪ੍ਰਭੂ ਇੱਥੇ ਹਾਜ਼ਰ ਹੈ। ਅਸੀਂ ਇਹ ਵਿਸ਼ਵਾਸ ਕਰ ਸਕਦੇ ਹਾਂ ਕਿ ਪ੍ਰਭੂ ਸਾਡੀ ਸੁਣ ਰਿਹਾ ਹੈ। ਪ੍ਰਭੂ ਤੂੰ ਹਰ ਜਗ੍ਹਾ ਹਾਜ਼ਰ ਹੈ, ਪਰ ਪਾਕ ਸੰਦੂਕ ਦੇ ਵਿੱਚ ਅਤੇ ਇਸ ਅਲਤਾਰ ਉੱਤੇ ਤੂੰ ਸਪੈਸ਼ਲ ਤੌਰ ਤੇ, ਖਾਸ ਤੌਰ ਤੇ, ਸੈਕਰਾਮੈਂਟ ਤੌਰ ਤੇ ਸਾਡੇ ਨਾਲ ਹਾਜ਼ਰ ਹੈ। ਤੇਰੀ ਅਸੀਂ ਇਸ ਹਜ਼ੂਰੀ ਦੇ ਲਈ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਤੇਰੇ ਤੋਂ ਬਿਨਾਂ ਅਸੀਂ ਅਨਾਥ ਹਾਂ, ਤੇਰੇ ਤੋਂ ਬਿਨਾਂ ਅਸੀਂ ਨਿਮਾਣੇ ਹਾਂ। ਜਦੋਂ ਸਾਡੀਆਂ ਜ਼ਿੰਦਗੀਆਂ ਵਿੱਚ ਮੁਸ਼ਕਲਾਂ ਆਉਂਦੀਆਂ ਹਨ, ਜਦੋਂ ਸਾਡੇ ਦਿਲ ਟੁੱਟ ਜਾਂਦੇ ਹਨ, ਜਦੋਂ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ, ਜਦੋਂ ਅਸੀਂ ਦੁੱਖ ਵਿੱਚ ਹੁੰਦੇ ਹਾਂ, ਤੂੰ ਸਾਡਾ ਦਿਲਾਸਾ ਬਣਦਾ ਹੈ ਪ੍ਰਭੂ ਜੀ ਕਿ ਟੈਬਰਨਾਕਲ ਦੇ ਸਾਹਮਣੇ, ਅਲਤਾਰ ਦੇ ਸਾਹਮਣੇ ਅਸੀਂ ਜਾਈਏ ਤੇ ਆਪਣੇ ਪ੍ਰਭੂ ਨੂੰ ਸਾਰਾ ਕੁਝ ਦਸੀਏ। ਤੂੰ ਸਾਡੀ ਹਿੰਮਤ, ਤੂੰ ਸਾਡੀ ਤਾਕਤ ਅਤੇ ਤੂੰ ਸਾਡੀ ਉਮੀਦ ਬਣਦਾ ਹੈ ਪ੍ਰਭੂ ਜੀ। ਤੇਰੀ ਇਸ ਹਜ਼ੂਰੀ ਦੇ ਲਈ ਅਸੀਂ ਕਿਵੇਂ ਧੰਨਵਾਦ ਕਰ ਸਕਦੇ ਹਾਂ। ਤੂੰ ਸਾਨੂੰ ਮੌਕਾ ਦਿੱਤਾ ਹੈ ਤੇਰੀ ਹਜ਼ੂਰੀ ਵਿੱਚ ਕੁਝ ਸਮਾਂ ਰਹਿਣ ਦੇ ਲਈ, ਤੈਨੂੰ ਦੇਖਣ ਦੇ ਲਈ, ਤੇਰੇ ਨਾਲ ਗੱਲਬਾਤ ਕਰਨ ਦੇ ਲਈ। ਪ੍ਰਭੂ ਜੀ, ਇਸ ਦਿਨ ਦਾ ਜੋ ਵਿਸ਼ਾ ਹੈ, ਪਛਤਾਵੇ ਦਾ ਵਿਸ਼ਾ ਹੈ, ਮਾਫੀ ਦਾ ਵਿਸ਼ਾ ਹੈ। ਤੂੰ ਸਾਨੂੰ ਪ੍ਰਭੂ ਜੀ ਇੰਸਪਾਇਰ ਕਰੋ ਕਿ ਅਸੀਂ ਆਪਣੇ ਪਾਪਾਂ ਨੂੰ ਦੇਖੀਏ, ਅਸੀਂ ਆਪਣੇ ਪਾਪਾਂ ਨੂੰ ਯਾਦ ਕਰੀਏ, ਅਸੀਂ ਆਪਣੇ ਪਾਪਾਂ ਤੇ ਮਾਫੀ ਮੰਗ ਸਕੀਏ। ਪ੍ਰਭੂ ਜੀ, ਸਾਡੇ ਪਾਪ ਸਾਨੂੰ ਤੇਰੇ ਤੋਂ ਦੂਰ ਲੈ ਜਾਂਦੇ ਹਨ, ਦੂਰ ਕਰ ਦਿੰਦੇ ਹਨ। ਅੱਜ ਸਾਨੂੰ ਜੋ ਵੀ ਇਸ ਘੜੀ ਦੇ ਵਿੱਚ ਸਾਡੇ ਪਾਪਾਂ ਦੇ ਮਾਫੀ ਪ੍ਰਤੀ ਸਾਨੂੰ ਗਿਆਨ ਮਿਲਣ ਵਾਲਾ ਹੈ, ਪਛਤਾਵਾ ਕਰਨ ਪ੍ਰਤੀ ਗਿਆਨ ਮਿਲਣ ਵਾਲਾ ਹੈ, ਅਸੀਂ ਉਸ ਗਿਆਨ ਨੂੰ ਆਪਣੇ ਤੇ ਲਾਗੂ ਕਰ ਸਕੀਏ ਅਤੇ ਇਸ ਪਾਕ ਹਫ਼ਤੇ ਦੇ ਵਿੱਚ, ਇਹਨਾਂ ਪਾਕ ਦਿਨਾਂ ਦੇ ਵਿੱਚ ਆਪਣੇ ਆਪ ਨੂੰ ਵੀ ਪਾਕ ਬਣਾਉਣ ਦੀ ਕੋਸ਼ਿਸ਼ ਕਰੀਏ। ਪ੍ਰਭੂ ਸਾਡੀ ਅਗਵਾਈ ਕਰ ਅਤੇ ਸਾਨੂੰ ਪ੍ਰਭੂ ਜੀ ਮਦਦ ਦੇ, ਅਸੀਂ ਆਪਣੇ ਆਪ ਵਿੱਚ ਝਾਤੀ ਮਾਰ ਸਕੀਏ। ਅਸੀਂ ਕਲੀ ਕੀਤੀਆਂ ਹੋਈਆਂ ਕਬਰਾਂ ਵਾਂਗ ਜੋ ਬਾਹਰੋਂ ਸੋਹਣੀਆਂ ਹਨ ਪਰ ਅੰਦਰ ਬਹੁਤ ਬਦਬੂ ਹੈ, ਗੰਧ ਹੈ। ਅੱਜ ਸਾਨੂੰ ਆਪਣੀਆਂ ਕਮਜ਼ੋਰੀਆਂ ਨੂੰ ਜਾਣਨ ਲਈ ਅਤੇ ਉਹਨਾਂ ਤੇ ਮਾਫੀ ਮੰਗਣ ਲਈ ਅਸੀਂ ਤੇਰੇ ਕੋਲ ਤਾਕਤ ਮੰਗ ਰਹੇ ਹਾਂ। ਪ੍ਰਭੂ, ਇਸ ਘੜੀ, ਇਸ ਆਰਾਧਨਾ ਦੇ ਵੇਲੇ, ਇਸ ਪਾਕ ਘੜੀ ਵਿੱਚ ਸਾਡੀ ਅਗਵਾਈ ਕਰ। ਪ੍ਰਭੂ ਜੀ, ਬਹੁਤ ਸਾਰੇ ਲੋਕ ਸਾਡੇ ਨਾਲ ਇਸ ਆਰਾਧਨਾ ਵਿੱਚ ਜੁੜੇ ਹਨ। ਉਹਨਾਂ ਲੋਕਾਂ ਨੂੰ ਵੀ ਆਪਣੀਆਂ तमाम ਬਰਕਤਾਂ ਦੇ, ਜੋ ਸ਼ਰਧਾ ਤੇ ਪਿਆਰ ਉਹ ਤੈਨੂੰ ਦਿਖਾ ਰਹੇ ਹਨ, ਦੂਰ ਬੈਠੇ ਕਿ ਆਰਾਧਨਾ ਚੱਲ ਰਹੀ ਹੈ। ਬਹੁਤ ਸਾਰੇ ਲੋਕ ਵੱਖਰੀਆਂ ਜਗ੍ਹਾ ਤੇ ਬੈਠ ਕੇ ਪ੍ਰਭੂ ਜੀ ਇਸ ਆਰਾਧਨਾ ਦੇ ਦੁਆਰਾ ਤੇਰੇ ਨਾਲ ਜੁੜੇ ਹਨ। ਉਹਨਾਂ ਸਾਰਿਆਂ ਤੇ ਵੀ ਆਪਣੀ ਬਰਕਤ ਦੇ, ਉਹਨਾਂ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਬਣਾ। ਉਹਨਾਂ ਨੂੰ ਵੀ ਅੱਜ ਦਾ ਗਿਆਨ ਉਹਨਾਂ ਦੀ ਮਦਦ ਕਰੇ ਅਤੇ ਉਹ ਆਪਣੇ ਆਪ ਨੂੰ ਈਸਟਰ ਦਾ ਮਹਾਨ ਤਿਉਹਾਰ ਮਨਾਉਣ ਦੇ ਲਈ ਤਿਆਰੀ ਕਰਨ। ਹੈ ਪ੍ਰਭੂ ਯਿਸੂ, ਅਸੀਂ ਤੇਰੀ ਹਜ਼ੂਰੀ ਵਿੱਚ ਹਾਂ। ਪ੍ਰਭੂ, ਇਹ ਸਮਾਂ ਕਿੰਨਾ ਸੋਹਣਾ ਹੈ, ਕਿਉਂਕਿ ਇਹ ਸਾਰੇ ਸਮਿਆਂ ਤੋਂ ਅਲੱਗ ਹੈ।
ਇੱਥੇ ਅਸੀਂ ਤੈਨੂੰ ਦੇਖ ਰਹੇ ਹਾਂ, ਤੈਨੂੰ ਸੁਣ ਰਹੇ ਹਾਂ, ਤੇਰੇ ਨਾਲ ਗੱਲਬਾਤ ਕਰ ਰਹੇ ਹਾਂ। ਪ੍ਰਭੂ ਜੀ, ਜਦੋਂ ਅਸੀਂ ਕਿਸੇ ਨਾਲ ਆਮਣੇ ਸਾਹਮਣੇ ਗੱਲਾਂ ਕਰਦੇ ਹਾਂ ਤਾਂ ਉਹਦੀ ਸਮਝ ਆਉਂਦੀ ਹੈ, ਉਹਦੇ ਵਿੱਚ ਏਕਤਾ ਹੁੰਦੀ ਹੈ, ਪਿਆਰ ਹੁੰਦੀ ਹੈ। ਅੱਜ ਅਸੀਂ ਤੈਨੂੰ ਇਸ ਅਲਤਾਰ ਤੇ ਦੇਖ ਰਹੇ ਹਾਂ। ਤੁਹਾਡੀ ਹਜ਼ੂਰੀ ਸਾਡੇ ਲਈ ਬਹੁਤ ਖੁਸ਼ੀ ਦੀ ਪ੍ਰਭੂ ਜੀ ਹਜ਼ੂਰੀ ਹੈ। ਅਸੀਂ ਤੁਹਾਡੀ ਹਜ਼ੂਰੀ ਲਈ ਧੰਨਵਾਦ ਕਰਨਾ ਚਾਹੁੰਦੇ ਹਾਂ। ਤੁਹਾਡੀ ਹਜ਼ੂਰੀ ਪ੍ਰਭੂ ਜੀ ਸਾਡੇ ਲਈ ਕਿੰਨਾ ਵੱਡਾ ਮਾਇਨਾ ਰੱਖਦੀ ਹੈ। ਤੁਹਾਡੀ ਹਜ਼ੂਰੀ ਦੇ ਦੁਆਰਾ ਸਾਨੂੰ ਕਿੰਨੇ ਵਰਦਾਨ ਮਿਲਦੇ ਹਨ। ਤੁਹਾਡੀ ਹਜ਼ੂਰੀ ਦੇ ਵਿੱਚ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ। ਤੁਹਾਡੀ ਹਜ਼ੂਰੀ ਦੇ ਵਿੱਚ ਤੁਹਾਡਾ ਸਾਨੂੰ ਪਿਆਰ ਮਿਲਦਾ ਹੈ। ਪ੍ਰਭੂ ਜੀ, ਅੱਜ ਤੁਹਾਡੀ ਹਜ਼ੂਰੀ ਵਿੱਚ ਮੈਂ ਖੜਾ ਹੋ ਕੇ ਤੁਹਾਡੀ ਹਜ਼ੂਰੀ ਦੇ ਬਾਰੇ ਮੈਂ ਤੇਰੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਤੇਰੀ ਹਜ਼ੂਰੀ ਵਿੱਚ ਸਭ ਕੁਝ ਹੈ। ਤੇਰੀ ਹਜ਼ੂਰੀ ਵਿੱਚ ਸ਼ਾਂਤੀ ਹੈ, ਤੇਰੀ ਹਜ਼ੂਰੀ ਦੇ ਵਿੱਚ ਪਿਆਰ ਹੈ, ਤੇਰੀ ਹਜ਼ੂਰੀ ਦੇ ਵਿੱਚ ਖੁਸ਼ੀ ਹੈ, ਤੇਰੀ ਹਜ਼ੂਰੀ ਦੇ ਵਿੱਚ ਦਿਲਾਸਾ ਹੈ, ਤੇਰੀ ਹਜ਼ੂਰੀ ਦੇ ਵਿੱਚ ਸਭ ਕੁਝ ਹੈ। ਪ੍ਰਭੂ ਜੀ, ਧੰਨਵਾਦ ਕਰਦੇ ਹਾਂ ਤੁਹਾਡਾ ਇਸ ਹਜ਼ੂਰੀ ਦੇ ਲਈ, ਤੁਹਾਡੇ ਪਿਆਰ ਲਈ ਅਤੇ ਤੁਹਾਡੀਆਂ ਕੁਰਬਾਨੀਆਂ ਦੇ ਲਈ। ਤੂੰ ਸਾਡੇ ਨਾਲ ਰਹਿਣਾ ਚਾਹੁੰਦਾ, ਹਮੇਸ਼ਾ ਰਹਿਣਾ ਚਾਹੁੰਦਾ, ਖਾਸ ਤੌਰ ਤੇ ਰਹਿਣਾ ਚਾਹੁੰਦਾ ਅਤੇ ਤੁਹਾਡੀ ਬਰਕਤ ਹੈ, ਤੁਹਾਡਾ ਤੋਹਫਾ ਹੈ ਸਾਡੇ ਲਈ ਕਿ ਅਸੀਂ ਸੱਚਮੁੱਚ ਪਾਕ ਅਲਤਾਰ ਦੇ ਉੱਤੇ ਯੂਕਰਿਸਤ ਦੇ ਸੈਕਰਾਮੈਂਟ ਵਿੱਚ ਅਤੇ ਗਿਰਜਾ ਘਰਾਂ ਦੇ ਵਿੱਚ, ਟਾਬਰਨਾਕਲ ਦੇ ਵਿੱਚ ਤੈਨੂੰ ਮਹਿਸੂਸ ਕਰ ਸਕਦੇ ਹਾਂ। ਹੁਣ ਅਸੀਂ ਇੱਕ ਗੀਤ ਬੋਲਾਂਗੇ, ਪ੍ਰਭੂ ਜੀ ਤੇਰੇ ਹਜ਼ੂਰ ਵਿੱਚ ਮੈਂ ਆਇਆ ਤਾਂ ਕਿ ਸੱਚਮੁੱਚ ਤੇਰੀ ਹਜ਼ੂਰੀ ਨੂੰ ਅਸੀਂ ਮਹਿਸੂਸ ਕਰ ਸਕੀਏ। ਤੇਰੀ ਹਜ਼ੂਰੀ ਨੂੰ ਅਸੀਂ ਆਪਣੇ ਵਿੱਚ ਫੀਲ ਕਰ ਸਕੀਏ। ਪ੍ਰਭੂ ਜੀ, तेरे हजूर यीशु जी मैं आया, तेरे हजूर यीशु जी मैं आया। आनंद शांति पान नू हाले दिल नू मैं हाले आया, हाले दिल नू मैं हाले आया। पाक दी बरकत पान नू तेरे हजूर यीशु जी मैं आया, तेरे हजूर यीशु जी मैं आया। भूले अपने नाल तू तो दे मेरे चोले नू, भूले अपने नाल तू तो दे मेरे चोले नू। मैनू पवित्र करने वाला मेरा मालिक तू, मैनू पवित्र करने वाला मेरा मालिक तू। तू है मेहरबान जी, तेरे हजूर यीशु जी मैं आया, तेरे हजूर यीशु जी मैं आया। आनंद शांति पान नू
फिरुदी बरकत पाने दो तेरे हजूर यीशु जी मैं आया तेरे हजूर यीशु जी मैं आया तेरे हजूर यीशु जी में आया आनंद शांति पाउण। इस तो सानू पता लगता है कि प्रभु की हजूरी विच जाना सानू की मिलता है। आनंद ते शांति मिलती है, साढ़े पापां की माफ़ी मिलती है, साढ़े इस चौले नूं धोता जाता है। अज इस प्रभु की हजूरी के बारे असी गल करांगे कि प्रभु की हजूरी असी कित्थे कित्थे महसूस कर सकते हैं, किद्दां किद्दां महसूस कर सकते हैं। प्रभु की हजूरी दे विच सानू शांति अते आनंद मिलता है। पुराने नियम दे विच कूच दे ग्रंथ विच 33 बाब की 14 ऐत विच खुदा ने मूसा नूं कहा कि मैं तेरे नाल हां अते मैं तेनू जेतू बनावांगा। प्रभु अपनी हजूरी सानू दिंदा है, प्रभु साडे नाल रहना चाहता है अते प्रभु सानू जेतू बनाना चाहता है। प्रभु की हजूरी का साडे लिए की मकसद है? जदों असीं प्रभु की हजूरी विच हुंदे हां, जदों प्रभु साडे नाल हुंदा है तां असीं अपने जीवन विच जेतू हो सकते हैं। बाइबल सानू दसदी है कि खुदा दे लई कुछ भी असंभव नहीं है अते जदों खुदा मेरे नाल हुंदा है तो मेरे लिए कुछ भी असंभव नहीं होता, मैं जेतू बन सकता। ये खुदा दा वादा है। प्यारे भराओ ते भैनों, खुदा दी हजूरी साडे लिए कितना मायना रखदी है। इन्हां दिनां दे विच मेरे मन विच कई बारी ख्याल आउंदा है कि जदों तालाबंदी नहीं लगी सी, जदों असीं अपनी मर्जी नाल घूम फिर सकते सी, कोई सानू किसी करफ्यू के बारे डर नहीं सी, जिहड़े डंडे वजदे उन्हां दे बारे भी नहीं डर सी, ते असीं अपनी कम्मां नूं बिना फिकर बिना सोचे समझे करदे सी। तां उन्हां दिनां दे विच साडे कोल प्रभु दे लई समां नहीं निकलदा सी। मन विच कई बारी ख्याल आंदे कि हाँ मैं प्रभु अगे बैठा दुआ करा रोज़री पढ़ा, थोड़ा समा खुदा लई कढीए, पर कदी टाइम नहीं हो। पर इन्हां दिनां दे विच सारा समा प्रभु ने अपने लिए ले लिया। किन्ने लोग फेसबुक ते यूट्यूब ते जां होर सोशल मीडिया के द्वारा प्रभु की भक्ति करते हुए, प्रार्थना करते हुए, गीत गाते हुए, दुआवां करते हुए वक्रे वक्रे वीडियो पा रहे। हर धर्म के लोग खुदा दे नाल जुड़ गए ने, खुदा दे नाल खुदा दे लिए समा कड्ढन लग गए। पर ये साडे लिए एक जबरदस्ती सानू खुदा लिए समा मिल गया, क्योंकि असीं घूम फिर नहीं सकते। इसलिए बहुत सारे लोग खुदा दे नाल जुड़ चुके हैं। नौजवान लोग घरां दे विच बाइबल पढ़नी शुरू कर चुके हैं, परिवार दे विच बैठ के प्रार्थनावां शुरू हो गई। की कह सकते सी कि खुदा ने सानू ये समा दिता है। हाँ, खुदा ने सानू अपने कोल बुलाया है। असी अपने कामां विच रुझ के, असी अपने कामां दे विच फसे हुए खुदा लई समा नहीं कढदे। खुदा ने सानू हुण तरीके नाल ही अपने लिए समा कढण लई बुलाया। ते जे खुदा ने सानू अपने लिए समा दे ही दिता है, सानू बन ही लिया है, तो सानू प्रभु की हजूरी नूं लभना चाहिए, प्रभु की हजूरी विच जाना चाहिए। प्रभु की हजूरी विच असीं गिरजाघरां विच नहीं जा सकते, मना है,
पर सोशल मीडिया के द्वारा बहुत सारे गिरजाकार, पैरिशां, फादर लोग, सिस्टर लोग, मनाद, प्रचारक कई तरह नाल खुदा दे वचन नूं दुनिया तक पहुँचाने की कोशिश कर रहे हैं। आओ असी इस वचन के द्वारा, इस सोशल मीडिया के द्वारा ही खुदा नाल जुड़िए अते अपने घरां विच वो संगति करिए जो प्रभु साडे कोलों चाहुंदा है, जो असी पहला नहीं कर सकते सी, क्योंकि असी सारे ही कम्मां विच रुझे रहंदे सी। पर हुण समा है प्रभु की संगति करन दा, समा है प्रभु का धन्नवाद देण दा कि असी सही सलामत हां। समा है प्रभु के अगे प्रार्थना करन दा कि जिहड़े लोग दुखी हैं ठीक हो जाए, प्रभु की हजूरी नूं लभीए। होर असी दूसरी तरह हजूरी किद्दां कर सकते? प्रभु कित्थे हाज़र हुंदा साडे नाल? संत मती दी इंजील दे विच 18 बाप दी 20 आयत विच लिखिया होया, जिथे 2 जां 3 मेरी नाम विच इकट्ठे हुंदे हन, मैं उत्थे हाज़र हुंदा हां, मैं उन्हां दे विच हुंदा हां, मैं उन्हां दी संगत विच हुंदा हां। प्रभु दी हजूरी असी किद्दां महसूस कर सकते हैं? एक तरीका तो हो गया कि असी गिरजाघर विच आके प्रभु की हजूरी नूं टबरनाकल दे सामने, पाक संदूक के सामने बैठ के हजूरी नूं महसूस कर सकते हैं। दूसरी गल होई स्पैशल तौर पर असी आराधना कर सकते हैं, सैक्रामेंट नूं, इस पाक रोटी नूं अलतार उत्ते रख के इहदी आराधना कर सकते हैं, क्योंकि प्रभु ने साडे नाल रहण दा वादा कीता है ते रहिंदे साडे नाल पाक शराकत दे द्वारा। पर असी अपने आप विच प्रभु की हजूरी किद्दां कर सकते हैं? जब साडे द्वारा प्रभु साडे नाल किद्दां हजूरी करदा है? जदों 2 जां 4 उसके नाम विच इकट्ठे हुंदे ने ते प्रार्थना करते हैं, प्रभु उत्थे हाज़र हुंदा है। ते परिवारां दे विच असी 2-4 नहीं, साडे कई परिवार, वड्डे परिवार नहीं। इहदा मतलब कि जे असी सारे परिवार अपने अपने घरां विच बैठ के प्रभु के नाम विच हाज़र होइए, प्रभु के नाम विच संगति करिए, तो प्रभु साडे नाल हाज़र है। ते प्रभु की संगति दे विच ही सानूं शांति ते आनंद मिलदा। सानूं प्रभु की शांति अते आनंद जां जिंदगी का शांति ते आनंद पाउण लई सानूं इधर उधर भजन की जरूरत नहीं। असी अपने घर विच ही जेकर प्रभु के नाम विच बैठ के दुआ करते हैं तो प्रभु साडे नाल संगति करदा, किते जाण की जरूरत है। जदों असीं परिवारिक प्रार्थना करते हैं तो प्रभु की बरकत खास तौर पर सारे परिवार को मिलती है, जिन्हां लोगों ने असीं प्रार्थना करते हैं उन्होंने भी बरकत मिलती है। यह है प्रभु की संगति का दूजा तरीका। असी प्रभु के नाम विच इकट्ठे होइए, प्रभु उत्थे हाज़र हो जाता है, उत्थे प्यार वधदा है, उत्थे शांति हुंदी है, उत्थे खुशी हुंदी है, उत्थे लड़ाइयां खत्म हो जांदियां ने, उत्थे भलाई जन्म लैंदी है, क्योंकि खुदा की हजूरी जन्म लैंदी है। जिथे खुदा वास करता है उत्थे भलाई वास करती है, नेक नीयत वास करती है, एक दूजे के लिए इज्जत मान वास करता, एक दूजे के लिए खुदा का प्यार जागता है, एक दूजे के लिए कुर्बानी जागती है। यह है प्रभु की हजूरी का साडे उत्ते असर। यह समा साडे लिए खास है, प्रभु की हजूरी नूं लभना, प्रभु की हजूरी नूं जानना, प्रभु की हजूरी नूं महसूस करना। अते तीजी तरह असी प्रभु की हजूरी किद्दां महसूस करते हैं? संत यूहन्ना का पहला पत्र उहदी 4 बाप की 16 आयत विच लिखिया होया, असी जानते हैं कि खुदा प्यार है, जेड़ा इंसान प्यार करता है वो खुदा विच वास करता है अते खुदा उस दे विच वास करता है। हुण तीजा तरीका सानूं लभ गया, प्रभु की हजूरी आपां अपने नाल किद्दां महसूस कर सकते? प्यार करना। प्यार की परिभाषा
ਮੈਨੂੰ ਦੇਣ ਦੀ ਜ਼ਰੂਰਤ ਨਹੀਂ ਹੈ। ਦੁਨਿਆਵੀ ਪਿਆਰ ਅਤੇ ਰੂਹਾਨੀ ਪਿਆਰ, ਖੁਦਾਈ ਪਿਆਰ, ਇਹਦੇ ਬਾਰੇ ਤੁਸੀਂ ਜਾਣਦੇ। ਜੋ ਇਨਸਾਨ ਪਿਆਰ ਕਰਦਾ ਹੈ, ਜੋ ਇਨਸਾਨ ਪਿਆਰ ਵਿੱਚ ਰਹਿੰਦਾ ਹੈ, ਉਹ ਖੁਦਾ ਵਿੱਚ ਰਹਿੰਦਾ ਹੈ। ਹੁਣ ਸਾਨੂੰ ਅਸੀਂ ਪਿਆਰ ਕਿੱਦਾਂ ਦਾ ਕਰ ਸਕਦੇ? ਬਾਈਬਲ ਸਾਨੂੰ ਪਿਆਰ ਬਾਰੇ ਕੀ ਸਿਖਾਉਂਦੀ ਹੈ? ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ ਜਿਸ ਤਰ੍ਹਾਂ, ਅਤੇ ਹਰ ਇੱਕ ਇਨਸਾਨ ਨੂੰ ਪਿਆਰ ਕਰੋ। ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ ਜਿਸ ਤਰ੍ਹਾਂ ਮੈਂ ਤੁਹਾਨੂੰ ਪਿਆਰ ਕੀਤਾ। ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰੋ। ਤੁਹਾਨੂੰ ਪਰੇਸ਼ਾਨ ਕਰਨ ਵਾਲਿਆਂ ਲਈ ਪ੍ਰਾਰਥਨਾ ਕਰੋ। ਪ੍ਰਭੂ ਦੇ ਨਾਮ ਵਿੱਚ ਚੁੱਪ ਰਹਿ ਜਾਓ। ਪ੍ਰਭੂ ਦੇ ਨਾਮ ਦੇ ਵਿੱਚ ਹਰ ਤਰ੍ਹਾਂ ਦੀ ਮੁਸ਼ਕਲ ਨੂੰ ਜਰ ਲਓ। ਇਹ ਹੈ ਪਿਆਰ ਜਿਸ ਵਿੱਚ ਖੁਦਾ ਆਪ ਵਾਸ ਕਰਦਾ ਹੈ। ਇਸ ਲਈ ਇਹ ਪ੍ਰਭੂ ਦੀ ਹਜ਼ੂਰੀ, ਜਦੋਂ ਅਸੀਂ ਆਪਣੇ ਨਾਲ ਪ੍ਰਭੂ ਨੂੰ ਹਜ਼ੂਰੀ ਵਿੱਚ ਪਾ ਸਕਦੇ ਹਾਂ। ਪ੍ਰਭੂ ਦੀ ਹਜ਼ੂਰੀ ਵਿੱਚ ਨਾ ਆਨੰਦ ਹੈ, ਪ੍ਰਭੂ ਦੀ ਹਜ਼ੂਰੀ ਵਿੱਚ ਭਲਾਈ ਹੈ, ਪ੍ਰਭੂ ਦੀ ਹਜ਼ੂਰੀ ਵਿੱਚ ਸਭ ਕੁਝ ਹੈ। ਤੇ ਪ੍ਰਭੂ ਦੀ ਹਜ਼ੂਰੀ ਨੂੰ ਪਾਉਣ ਦੇ ਲਈ, ਮਹਿਸੂਸ ਕਰਨ ਦੇ ਲਈ ਸਾਡੇ ਕੋਲ ਅਲੱਗ-ਅਲੱਗ ਤਰੀਕੇ ਹਨ। ਪ੍ਰਭੂ ਦੀ ਹਜ਼ੂਰੀ ਵਿੱਚ ਹੀ ਸਭ ਕੁਝ ਹੈ। ਪ੍ਰਭੂ ਮੇਰੇ ਨਾਲ ਹੈ ਤੇ ਮੇਰੇ ਲਈ ਸਭ ਕੁਝ ਸੰਭਵ ਹੈ। ਕੋਈ ਵੀ ਚੀਜ਼ ਮੇਰੇ ਲਈ ਅਸੰਭਵ ਨਹੀਂ ਹੈ। ਜ਼ਬੂਰਾਂ ਦੀ ਪੋਥੀ ਦੇ 16 ਬਾਬ ਦੀ ਆਇਤ ਵਿੱਚ ਲਿਖਿਆ ਹੈ, ਤੂੰ ਮੈਨੂੰ ਮੇਰੀ ਜ਼ਿੰਦਗੀ ਦੇ ਰਾਹਾਂ ਤੋਂ ਜਾਣੂ ਕਰਵਾਉਂਦਾ ਹੈ। ਤੇਰੀ ਹਜ਼ੂਰੀ ਵਿੱਚ ਖੁਸ਼ੀ ਦੀ ਸੰਪੂਰਨਤਾ ਹੈ। ਖੁਸ਼ੀ ਦੀ ਸੰਪੂਰਨਤਾ, ਪਰਫੈਕਟ ਹੈਪੀਨੈਸ। ਅਸੀਂ ਆਪਣੀ ਖੁਸ਼ੀ ਦੁਨਿਆਵੀ ਤੌਰ ਤੇ ਕਈ ਵਾਰੀ ਖੁਸ਼ੀ ਲੱਭਦੇ ਹੀ ਦੁੱਖਾਂ ਵਿੱਚ ਪੈ ਜਾਂਦੇ ਹਾਂ। ਪਰ ਪ੍ਰਭੂ ਦੀ ਹਜ਼ੂਰੀ ਵਿੱਚ ਖੁਸ਼ੀ ਦੀ ਸੰਪੂਰਨਤਾ ਹੈ ਅਤੇ ਤੇਰੇ ਸੱਜੇ ਹੱਥ ਸਦਾ ਦਾ ਸੁੱਖ ਹੈ। ਸਦਾ ਦਾ ਸੁੱਖ। ਹੁਣ ਮੰਨ ਲਓ ਅਸੀਂ ਕੋਈ ਆਪਣੇ ਲਈ ਖੁਸ਼ੀ ਲੱਭਦੇ ਹਾਂ। ਕਈ ਵਾਰੀ ਇਸ ਖੁਸ਼ੀ ਨੂੰ ਲੱਭਦੇ ਉਹਦੇ ਪਿੱਛੇ ਭੱਜਦੇ ਆਪਣੇ ਲਈ ਬਹੁਤ ਸਾਰੀਆਂ ਪ੍ਰੋਬਲਮਸ ਖੜੀਆਂ ਕਰ ਲੈਂਦੇ। ਖੁਸ਼ੀ ਪਤਾ ਨਹੀਂ ਸਾਨੂੰ ਕਾਹਦੇ ਚ ਲੱਭਦੀ ਹੈ। ਖੁਸ਼ੀ ਕਈ ਤਰੀਕਿਆਂ ਨਾਲ ਅਸੀਂ ਲੱਭ ਸਕਦੇ ਹਾਂ। ਸਾਡੀ ਇਹ ਪ੍ਰਾਰਥਨਾ ਕਿ ਸਾਡਾ ਪਰਿਵਾਰ ਚੰਗਾ ਹੋਣਾ ਚਾਹੀਦਾ ਹੈ, ਉਹਦੇ ਵਿੱਚ ਸਾਨੂੰ ਖੁਸ਼ੀ ਮਿਲ ਸਕਦੀ ਹੈ। ਸਾਡੇ ਭੈਣ ਭਰਾ ਸਾਰੇ ਤੰਦਰੁਸਤ ਰਹਿਣੇ ਚਾਹੀਦੇ, ਉਹਦੇ ਵਿੱਚ ਖੁਸ਼ੀ ਮਿਲਦੀ ਹੈ। ਦੁਨੀਆ ਵਿੱਚ ਸ਼ਾਂਤੀ, ਅਮਨ ਅਤੇ ਸ਼ਾਂਤੀ ਹੋਵੇ, ਉਸ ਵਿੱਚ ਖੁਸ਼ੀ ਮਿਲਦੀ ਹੈ। ਪਰ ਦੁਨਿਆਵੀ ਜਾਂ ਪਰਸਨਲ, ਨਿੱਜੀ ਤੌਰ ਤੇ ਖੁਸ਼ੀ ਸਾਨੂੰ ਕਿੱਥੇ ਮਿਲਦੀ ਹੈ? ਉਹ ਵੀ ਨੇਕੀ ਕਰਨ ਦੇ ਦੁਆਰਾ ਹੀ ਮਿਲਦੀ ਹੈ। ਕਹਿੰਦੇ ਨੇ ਕਿ ਜੇਕਰ ਅਸੀਂ ਖੁਸ਼ੀ ਦੇ ਪਿੱਛੇ ਭੱਜੀਏ, ਉਹ ਕਦੇ ਵੀ ਨਹੀਂ ਮਿਲਣੀ। ਖੁਸ਼ੀ ਕਿੱਥੇ ਆ? ਮੇਰੇ ਤੋਂ ਬਾਹਰ ਨਹੀਂ ਹੈ ਖੁਸ਼ੀ। ਖੁਸ਼ੀ ਮੇਰੇ ਅੰਦਰ ਹੀ ਹੈ। डिस्कवर करनी पड़ेगी खुशी। हैप्पीनेस इज नॉट आउट ऑफ मी, इज विद इन मी। मेरी सोच, संतुष्टि कित्थे है? मेरी सोच दे विच है। जे मैं संतुष्ट हाँ तो मैं खुश हुई। इसलिए पर प्रभु की हजूरी विच खुशी की संपूर्णता है, जहाँ संपूर्णता विच खुशी है। परफेक्ट हैप्पीनेस ओनली खुदा ही दे सकता है। ओनली गॉड कैन गिव परफेक्ट हैप्पीनेस। इस दुनिया विच असीं उस खुशी का स्वाद चख सकते हैं, पर वो परफेक्ट खुशी खुदा कोल ही। जबूरां दी पोथी सानूं इसके बारे दसदी है। इसलिए प्रभु की हजूरी विच ही सब परफेक्शन विच मिलता है, संपूर्णता विच मिलता है। इत्थे असीं इन्हां चीज़ां दी जिद्दां मिठास चखदे हैं, टेस्ट। तो इसलिए जेकर सचमुच खुशी चाहुंदे आ ते प्रभु की हजूरी नूं लभीए। इन्हां खास दिनां विच जदों असीं अजे वेले ही हुण तां सरकार भी सानूं कई वारी जे साडे घरां विच खाना नहीं है
ਤਾਂ ਸਰਕਾਰ ਸਾਨੂੰ ਸਾਡੇ ਘਰਾਂ ਵਿੱਚ ਖਾਣਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਆਪਣੀ ਜਲੰਧਰ ਡਾਇਓਸਿਸ ਨੇ ਵੀ ਆਪਣੇ ਪੁਰੋਹਿਤਾਂ ਨੂੰ ਇਹ ਆਗਿਆ ਦਿੱਤੀ ਹੈ ਕਿ ਜਿਸ ਗਰੀਬ ਕੋਲ, ਪਰਿਵਾਰ ਕੋਲ ਭੋਜਨ ਨਹੀਂ ਹੈ, ਲੋੜੀਂਦੀਆਂ ਚੀਜ਼ਾਂ ਨਹੀਂ ਹੈ, ਵਸਤੂਆਂ ਨਹੀਂ ਹੈ, ਉਹਨੇ ਆਪਣੇ ਪੁਰੋਹਿਤਾਂ ਨੂੰ, ਡਾਇਓਸਿਸ ਨੇ ਕਿਹਾ ਕਿ ਤੁਸੀਂ ਉਹ ਚੀਜ਼ਾਂ ਦਾ ਉਹਨਾਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ। ਮਿੱਤਰੋ, ਇਸ ਟਾਈਮ ਅਸੀਂ ਸਿਰਫ ਖੁਦਾ ਲਈ ਹੀ ਰਹਿ ਸਕਦੇ ਹਾਂ। ਖਾਣੇ ਦਾ ਇੰਤਜ਼ਾਮ ਵੀ ਹੋ ਰਿਹਾ ਹੈ। ਫਿਰ ਅਸੀਂ ਖੁਦਾ ਨਾਲ ਜੁੜੀਏ, ਪ੍ਰਭੂ ਨਾਲ ਜੁੜੀਏ। ਇਸ ਮਹਾਮਾਰੀ ਦਾ ਕਾਰਨ ਸਾਨੂੰ ਪਤਾ ਨਹੀਂ ਹੈ ਕਿ ਇਹ ਖੁਦਾ ਦੀ ਮਰਜ਼ੀ ਹੈ ਜਾਂ ਇਹ ਦੁਨਿਆਵੀ ਗਲਤੀ ਹੈ ਜਾਂ ਇਨਸਾਨੀ ਗਲਤੀ ਹੈ। ਜੇ ਇਨਸਾਨੀ ਗਲਤੀ ਹੈ ਤਾਂ ਗਲਤੀ ਕਿੱਦਾਂ ਹੋਈ? ਖੁਦਾ ਉਸ ਨੂੰ ਰੋਕ ਸਕਦਾ ਸੀ। ਹੋ ਸਕਦਾ ਇਸ ਵਿੱਚ ਖੁਦਾ ਦੀ ਵੀ ਮਰਜ਼ੀ ਹੋਵੇ ਕਿ ਸੰਸਾਰ ਜਿਹੜਾ ਖੁਦਾ ਨੂੰ ਭੁੱਲ ਚੁੱਕਾ ਹੈ, ਇਨਸਾਨ ਜਿਹੜਾ ਆਪਣੇ ਆਪ ਨੂੰ ਸਾਇੰਸ ਦੀ ਅਤੇ ਟੈਕਨੋਲੋਜੀ ਦੀ ਤਰੱਕੀਆਂ ਦੁਆਰਾ ਸੋਚਦਾ ਕਿ ਮੈਂ ਆਪਣੇ ਹੱਥ ਵਿੱਚ ਸਭ ਕੁਝ ਕੰਟਰੋਲ ਕਰ ਸਕਦਾ ਹਾਂ, ਆਪਣੇ ਹੱਥ ਵਿੱਚ ਕਬਜ਼ੇ ਵਿੱਚ ਲਿਆ ਸਕਦਾ ਹਾਂ, ਖੁਦਾ ਦੀ ਕੋਈ ਲੋੜ ਨਹੀਂ ਹੈ। ਸ਼ਾਇਦ ਅਜਿਹੇ ਖਿਆਲ, ਅਜਿਹੇ ਵਿਚਾਰ, ਅਜਿਹੇ ਇਨਸਾਨਾਂ ਨੇ ਖੁਦਾ ਨੂੰ ਫਿਰ ਮਜਬੂਰ ਕੀਤਾ ਕਿ ਉਹ ਆਪਣਾ ਰੰਗ ਦਿਖਾਵੇ। ਕਿਉਂਕਿ ਜੇਕਰ ਅਸੀਂ ਪੁਰਾਣੇ ਨੇਮ ਨੂੰ ਪੜ੍ਹੀਏ ਸ਼ੁਰੂ ਦੇ ਵਿੱਚ ਕਿ ਖੁਦਾ ਨੇ ਇਸਰਾਇਲ ਕੌਮ ਨਾਲ ਇੰਨਾ ਪਿਆਰ ਕੀਤਾ, ਉਹਨਾਂ ਨੂੰ ਕਿੱਦਾਂ ਉਹਨਾਂ ਨੇ ਮਿਸਰ ਦੇ ਵਿੱਚੋਂ ਕੱਢਿਆ, ਹਮੇਸ਼ਾ ਉਹਨਾਂ ਦੇ ਨਾਲ ਅਗਵਾਈ ਕੀਤੀ, ਅੱਗ ਦੇ ਖੰਭੇ ਵਿੱਚ, ਬੱਦਲਾਂ ਦੇ ਵਿੱਚ ਉਹਨਾਂ ਦੇ ਨਾਲ ਰਿਹਾ। ਪਰ ਉਹ ਫਿਰ ਵੀ ਜਦੋਂ ਵੀ ਉਹਨਾਂ ਨੂੰ ਕੋਲ ਸਾਰਾ ਕੁਝ ਹੁੰਦਾ ਸੀ, ਉਹ ਖੁਦਾ ਨੂੰ ਭੁੱਲ ਜਾਂਦੇ ਸੀ। ਫਿਰ ਖੁਦਾ ਉਹਨਾਂ ਤੇ ਆਪਣਾ ਗੁੱਸਾ ਦਿਖਾਉਂਦਾ ਸੀ, ਫਿਰ ਉਹ ਮਾਫੀ ਮੰਗਦੇ ਸੀ, ਉਹ ਫਿਰ ਖੁਦਾ ਉਹਨਾਂ ਤੇ ਤਰਸ ਕਰਦਾ ਸੀ। ਇਹ ਸਿਸਟਮ ਚੱਲਿਆ ਹੀ ਆ ਰਿਹਾ। ਪੁਰਾਣੇ ਨਿਯਮ ਦੇ ਵਿੱਚ ਜਿੰਨੇ ਵੀ ਲੜਾਈਆਂ ਵੀ ਹੋਈਆਂ, ਕਈ ਵਾਰੀ ਖੁਦਾ ਨੇ ਆਪ ਆਪਣੇ ਲੋਕਾਂ ਨੂੰ ਦੂਜੇ ਹੱਥਾਂ ਦੇ ਵਿੱਚ ਸੌਂਪ ਦਿੱਤਾ ਸੀ। ਇਸ ਲਈ ਹੋ ਸਕਦਾ ਹੈ ਕਿ ਜਦੋਂ ਇਨਸਾਨ ਖੁਦਾ ਨੂੰ ਭੁੱਲ ਚੁੱਕਾ ਹੈ, ਖੁਦਾ ਦੀ ਸਰਵਵਿਆਪੀ ਸ਼ਕਤੀ ਨੂੰ ਨਹੀਂ ਜਾਣ ਰਿਹਾ, ਤਾਂ ਖੁਦਾ ਨੇ ਹੁਣ ਸਾਰਿਆਂ ਨੂੰ ਮਜਬੂਰ ਕੀਤਾ ਹੋਇਆ ਅਤੇ ਸਾਰਿਆਂ ਦੇ ਹੱਥ ਖੁਦਾ ਵੱਲ ਉੱਠੇ ਹੋਏ ਨੇ। ਪ੍ਰਭੂ ਦਇਆ ਕਰ, ਪ੍ਰਭੂ ਮਾਫ ਕਰ ਦੇ, ਇਸ ਮਹਾਮਾਰੀ ਨੂੰ ਖਤਮ ਕਰ ਦੇ। ਤੇ ਜ਼ਰੂਰ ਪ੍ਰਭੂ ਇਸ ਨੂੰ ਖਤਮ ਕਰੂਗਾ। ਇਹ ਵਿਸ਼ਵਾਸ ਸਾਡਾ ਹੋਣਾ ਚਾਹੀਦਾ। ਜੇਕਰ ਅਸੀਂ ਪ੍ਰਕਾਸ਼ ਦੀ ਪੋਥੀ ਵਿੱਚ ਪੜ੍ਹਦੇ ਹਾਂ, 21 ਬਾਬ ਦੀ 3 ਆਇਤ ਵਿੱਚ ਲਿਖਿਆ ਹੋਇਆ, ਖੁਦਾ ਦੀ ਥਾਂ ਇਨਸਾਨ ਦੇ ਨਾਲ ਰਹਿਣ ਲਈ ਹੈ। ਖੁਦਾ ਇਨਸਾਨ ਦੇ ਨਾਲ ਰਹਿਣਾ ਚਾਹੁੰਦਾ ਹੈ। ਉਹ ਉਹਨਾਂ ਨਾਲ ਰਹੇਗਾ, ਉਹ ਉਸ ਦੇ ਲੋਕ ਹੋਣਗੇ ਅਤੇ ਉਹ ਆਪ ਉਹਨਾਂ ਦਾ ਖੁਦਾ ਹੋਵੇਗਾ। ਖੁਦਾ ਕਿੱਥੇ ਰਹਿਣਾ ਚਾਹੁੰਦਾ? ਖੁਦਾ ਅਸਮਾਨਾਂ ਵਿੱਚ ਨਹੀਂ ਰਹਿਣਾ ਚਾਹੁੰਦਾ। ਖੁਦਾ ਕਿਸੇ ਜਗ੍ਹਾ ਤੇ ਨਹੀਂ ਰਹਿਣਾ ਚਾਹੁੰਦਾ। ਖੁਦਾ ਦਾ ਡੇਰਾ ਇਨਸਾਨਾਂ ਦੇ ਵਿੱਚ ਹੈ। ਪਰ ਜਦੋਂ ਇਨਸਾਨ ਉਹਨੂੰ ਭੁੱਲ ਜਾਂਦਾ ਹੈ, ਛੱਡ ਦਿੰਦਾ ਹੈ, ਤਾਂ ਫਿਰ ਖੁਦਾ ਨੂੰ ਵੀ ਦੁੱਖ ਲੱਗਦਾ। ਪ੍ਰਕਾਸ਼ ਦੀ ਪੋਥੀ ਸਾਨੂੰ ਦੱਸਦੀ ਕਿ ਖੁਦਾ ਦੇ ਰਹਿਣ ਦੀ ਥਾਂ ਇਨਸਾਨ ਹੈ। ਉਸ ਤੇ ਬਣਾਈ ਹੋਈ ਸ੍ਰਿਸ਼ਟੀ, ਸਭ ਤੋਂ ਉੱਤਮ ਸ੍ਰਿਸ਼ਟੀ ਕੌਣ ਹੈ? ਇਨਸਾਨ ਹੈ। ਖੁਦਾ ਉਹਦੇ ਨਾਲ ਰਹਿਣਾ ਚਾਹੁੰਦਾ ਹੈ ਅਤੇ ਉਹ ਖੁਦਾ ਨਾਲ ਰਹਿਣਾ ਚਾਹੁੰਦੇ ਤੇ ਖੁਦਾ ਉਹਨਾਂ ਦਾ ਖੁਦਾ ਬਣਦਾ ਹੈ। ਇਸ ਲਈ ਜਦੋਂ ਇਨਸਾਨ ਖੁਦਾ ਨੂੰ ਆਪਣੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਜਾਂ ਆਪਣੇ ਗੁਨਾਹਾਂ ਦੇ ਕਾਰਨ ਖੁਦਾ ਤੋਂ ਦੂਰ ਭੱਜਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉੱਥੇ ਖੁਦਾ ਨੂੰ ਕੋਈ ਨਾ ਕੋਈ ਨਿਰਣੇ ਲੈਣਾ ਪੈਂਦਾ ਹੈ। ਇਹ ਸਾਨੂੰ ਪੁਰਾਣਾ ਨਿਯਮ ਦੱਸਦਾ ਹੈ। ਇਸ ਲਈ ਖੁਦਾ ਸਾਡੇ ਨਾਲ ਰਹਿਣਾ ਚਾਹੁੰਦਾ ਹੈ। ਇਹ ਖੁਦਾ ਦਾ ਵਾਅਦਾ ਹੈ, ਮੈਂ ਯੁਗਾਂ ਦੇ ਅੰਤ ਤੱਕ ਤੁਹਾਡੇ ਨਾਲ ਰਹਾਂਗਾ। ਤੇ ਉਹ ਰਹਿਣਾ ਚਾਹੁੰਦਾ ਹੈ, ਪਰ ਅਸੀਂ ਇਨਸਾਨ ਲੋਕ ਖੁਦਾ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦੇ। ਜਾਂ ਸਾਡੇ ਪਾਪ ਦੇ ਕਾਰਨ ਅਸੀਂ ਖੁਦਾ ਨੂੰ ਆਪਣੇ ਕੋਲੋਂ ਦੂਰ ਕਰਦੇ ਹਾਂ,
ਜਾਂ ਅਸੀਂ ਖੁਦ ਹੀ ਖੁਦਾ ਆਪਣੀ ਲਾਲਚ ਦੇ ਕਾਰਨ, ਖੁਦਗਰਜੀ ਦੇ ਕਾਰਨ ਖੁਦਾ ਕੋਲੋਂ ਦੂਰ ਭੱਜਦੇ। ਇਸ ਲਈ ਖੁਦਾ ਸਾਨੂੰ ਲੱਭਦਾ ਹੈ, ਸਾਡੇ ਦਿਲਾਂ ਨੂੰ ਲੱਭਦਾ ਹੈ। ਖੁਦਾ ਸਾਡੇ ਪਿੱਛੇ ਆਉਂਦਾ ਹੈ ਆਪਣੇ ਨਬੀਆਂ ਦੇ ਦੁਆਰਾ, ਆਪਣੇ ਪੁਰੋਹਿਤਾਂ ਦੇ ਦੁਆਰਾ, ਆਪਣੇ ਚੁਣਿਆ ਹੋਇਆਂ ਦੇ ਦੁਆਰਾ ਅਤੇ ਆਪਣੇ ਬੇਟੇ ਦੇ ਦੁਆਰਾ। ਇਸ ਲਈ ਪ੍ਰਭੂ ਯਿਸੂ ਮਸੀਹ ਵਿੱਚ ਪਿਆਰੇ ਭੈਣੋ, ਇਹ ਸਮਾਂ ਜੋ ਸਾਡੇ ਤੇ ਮਹਾਮਾਰੀ ਦਾ ਸਮਾਂ ਹੈ, ਹੋ ਸਕਦਾ ਸਾਡੇ ਪਾਪਾਂ ਦੇ ਪਛਤਾਵੇ ਦਾ ਸਮਾਂ ਹੈ, ਪ੍ਰਭੂ ਦੀ ਹਜ਼ੂਰੀ ਨੂੰ ਲੱਭਣ ਦਾ ਸਮਾਂ ਹੈ, ਪ੍ਰਭੂ ਨੂੰ ਲੱਭਣ ਦਾ ਸਮਾਂ ਹੈ, ਮਾਫੀ ਮੰਗਣ ਦਾ ਸਮਾਂ ਹੈ। ਅੱਜ ਮਾਨਯੋਗ ਫਾਦਰ ਸਹਾਇਤਾ ਦਿਵਸ ਨੇ ਸਾਨੂੰ ਪਛਤਾਵੇ ਬਾਰੇ ਬਹੁਤ ਹੀ ਸੋਹਣੇ ਸੁਚੱਜੇ ਢੰਗ ਨਾਲ ਸਮਝਾਇਆ। ਪਛਤਾਵਾ ਕੀ ਹੈ, ਕਿੱਦਾਂ ਪਛਤਾਵਾ ਕਰਨਾ ਹੈ, ਕਿੱਦਾਂ ਖੁਦਾ ਵੱਲ ਮੁੜਨਾ ਹੈ। ਪਛਤਾਵਾ ਸਾਡੇ ਲਈ ਖੁਦਾ ਦਾ ਬੁਲਾਵਾ ਹੈ ਅਤੇ ਸਭ ਤੋਂ ਵੱਧ ਕਿਹੜੀ ਚੀਜ਼ ਖੁਦਾ ਨੂੰ ਪਸੰਦ ਹੈ। ਅੱਜ ਹੀ ਮਾਨਯੋਗ ਫਾਦਰ ਸਹਾਇਤਾ ਦਿਵਸ ਨੇ ਸਾਨੂੰ ਦੱਸਿਆ ਕਿ ਖੁਦਾ ਦਾ ਪਛਤਾਵਾ, ਫਰਿਸ਼ਤਾ ਉਸ ਪਛਤਾਵੇ ਵਾਲੇ ਆਦਮੀ ਦੇ ਆਂਸੂ ਖੁਦਾ ਕੋਲ ਲੈ ਕੇ ਆਇਆ ਤੇ ਉਹ ਕਹਿੰਦਾ ਇਹ ਸਭ ਤੋਂ ਵਧੀਆ ਚੀਜ਼ ਹੈ। ਜਦੋਂ ਇਨਸਾਨ ਪਛਤਾਉਂਦਾ ਹੈ, ਮੇਰੇ ਵੱਲ ਮੁੜਦਾ ਹੈ, ਮੈਨੂੰ ਖੁਸ਼ੀ ਹੁੰਦੀ ਹੈ। ਬਾਈਬਲ ਵਿੱਚ ਵੀ ਲਿਖਿਆ, ਜਦੋਂ ਇੱਕ ਪਾਪੀ ਆਪਣੇ ਪਾਪਾਂ ਤੇ ਪਛਤਾਵਾ ਕਰਦਾ ਹੈ ਤਾਂ ਉਹ ਖੁਦਾ ਵੱਲ ਮੁੜਦਾ ਹੈ ਤੇ ਸਵਰਗਾਂ ਵਿੱਚ ਇੱਕ ਇਨਸਾਨ ਦੇ ਮਨ ਬਦਲਾਵ ਤੇ ਸਾਰੇ ਸਵਰਗਾਂ ਵਿੱਚ ਖੁਸ਼ੀ ਹੁੰਦੀ ਹੈ। ਸਾਰੇ ਰਲ ਕੇ ਖੁਸ਼ੀ ਮਨਾਉਂਦੇ, ਫਰਿਸ਼ਤੇ, ਸੰਤ। ਤੇ ਇਸ ਲਈ ਪਾਪਾਂ ਦੀ ਮਾਫੀ ਦਾ ਸਮਾਂ ਹੈ, ਖੁਦਾ ਦੀ ਹਜ਼ੂਰੀ ਲੱਭਣ ਦਾ ਸਮਾਂ ਹੈ ਅਤੇ ਆਪਣੇ ਪਾਪਾਂ ਤੇ ਪਛਤਾਪ ਕਰਨ ਦਾ ਸਮਾਂ ਹੈ। ਅਤੇ ਜ਼ਬੂਰ 23 ਜੋ ਅਸੀਂ ਗਾਉਂਦੇ ਰਹਿੰਦੇ ਹਾਂ, ਮੇਰੇ ਖਿਆਲ ਅਸੀਂ ਹੁਣ ਵੀ ਗਾ ਸਕਦੇ, ਜਿਹਦੇ ਵਿੱਚ ਲਿਖਿਆ ਹੋਇਆ 23 ਬਾਬ ਦੀ 4 ਆਇਤ ਵਿੱਚ ਲਿਖਿਆ, ਭਾਵੇਂ ਮੈਂ ਮੌਤ ਦੀ ਵਾਦੀ ਵਿੱਚੋਂ ਵੀ ਕਿਉਂ ਨਾ ਨਿਕਲਾਂ, ਮੈਂ ਡਰਾਂਗਾ ਨਹੀਂ ਕਿਉਂਕਿ ਤੂੰ ਮੇਰੇ ਨਾਲ ਹੈ। ਤੂੰ ਮੇਰੇ ਨਾਲ ਹੈ, ਤੂੰ ਮੇਰਾ ਚਰਵਾਹਾ ਹੈ। ਆਓ ਅਸੀਂ ਪ੍ਰਭੂ ਦੀ ਇਸ ਹਜ਼ੂਰੀ ਨੂੰ ਮਹਿਸੂਸ ਕਰੀਏ। ਪ੍ਰਭੂ ਚੰਗਾ ਚਰਵਾਹਾ ਜਿਹੜਾ ਆਪਣੀਆਂ ਭੇਡਾਂ ਦੀ ਹਰ ਸਮੇਂ ਦੁੱਖ ਦੇ ਵਿੱਚ, ਸੁੱਖ ਦੇ ਵਿੱਚ, ਪਰੇਸ਼ਾਨੀ ਦੇ ਵਿੱਚ, ਮੁਸ਼ਕਿਲ ਦੇ ਵਿੱਚ ਅਗਵਾਈ ਕਰਦਾ ਹੈ, ਕਦੀ ਨਹੀਂ ਛੱਡਦਾ। ਉਸ ਪ੍ਰਮਾਤਮਾ ਦੀ, ਉਸ ਪ੍ਰਭੂ ਯਿਸੂ ਮਸੀਹ ਦੀ ਉਸ ਚੰਗੇ ਚਰਵਾਹੇ ਨੂੰ ਜਾਣਨ ਦੀ ਕੋਸ਼ਿਸ਼ ਕਰੀਏ ਅਤੇ ਉਹਦੀ ਆਵਾਜ਼ ਨੂੰ ਪਹਿਚਾਨ ਕੇ ਉਹਦੇ ਪਿੱਛੇ ਚੱਲੀਏ। ਆਓ ਅਸੀਂ ਜ਼ਬੂਰ 23 ਰਲ ਕੇ ਗਾਈਏ ਤੇ ਪ੍ਰਭੂ ਦੀ ਹਜ਼ੂਰੀ ਨੂੰ, ਪ੍ਰਭੂ ਦੇ ਪਿਆਰ ਨੂੰ, ਪ੍ਰਭੂ ਦੀ ਰੱਖਿਆ ਨੂੰ, ਪ੍ਰਭੂ ਦੇ ਦਿਲਾਸੇ ਨੂੰ, ਪ੍ਰਭੂ ਦੀ ਕੇਅਰ ਨੂੰ, ਖਿਆਲ ਨੂੰ ਜੋ ਸਾਡੇ ਪ੍ਰਤੀ ਹੈ, ਉਸ ਨੂੰ ਮਹਿਸੂਸ ਕਰੀਏ। ਰੱਬ ਮੇਰਾ ਯਾਰੀ ਹੈ ਤੇ ਮੈਨੂੰ ਕੁਝ ਘਾਟ ਨਾ ਹੋਵੇਗੀ। ਰੱਬ ਮੇਰਾ ਯਾਰੀ ਹੈ ਤੇ ਮੈਨੂੰ ਕੁਝ ਘਾਟ ਨਾ ਹੋਵੇਗੀ। ਰੱਬ ਮੇਰਾ ਯਾਰੀ ਚੰਗਾ ਯਾਰੀ, ਰੱਬ ਮੇਰਾ ਯਾਰੀ ਚੰਗਾ ਯਾਰੀ, ਰੱਬ ਮੇਰਾ ਯਾਰੀ ਹੈ। ਰੱਬ ਮੇਰਾ ਯਾਰੀ ਹੈ ਤੇ ਮੈਨੂੰ ਕੁਝ ਘਾਟ ਨਾ ਹੋਵੇਗੀ। ਰੱਬ ਮੇਰਾ ਯਾਰੀ ਹੈ ਤੇ ਮੈਨੂੰ ਕੁਝ ਘਾਟ ਨਾ ਹੋਵੇਗੀ। ਓ ਹਰੀ ਹਰੀ ਕਾਹ ਖਿਲਾਉਂਦਾ ਤੇ ਮੀਠਾ ਪਾਣੀ ਹੈ ਪਿਲਾਉਂਦਾ। ਓ ਹਰੀ ਹਰੀ ਕਾਹ ਖਿਲਾਉਂਦਾ ਤੇ ਮੀਠਾ ਪਾਣੀ ਹੈ ਪਿਲਾਉਂਦਾ। ਰੱਬ ਮੇਰਾ ਯਾਰੀ ਚੰਗਾ
मेरा यारी है ते मैनू कुछ घाट ना होवेगी। ओ दुश्मन तो है बचाउंदा ते जिंदगी नवी है देंदा। ओ दुश्मन तो है बचाउंदा ते जिंदगी नवी है देंदा। रब मेरा यारी चंगा यारी, रब मेरा यारी चंगा यारी, रब मेरा यारी है। रब मेरा यारी है ते मैनू कुछ घाट ना होवेगी। रब मेरा यारी है ते मैनू कुछ घाट ना होवेगी। ये गाना सुनदे मैनू दौद नबी की याद आ गई कि दौद नबी पाक संदूक दे अगे नचन लग गया खुशी नाल। वो सारा कुछ भुल गया, इन्नी खुशी हुई उन्होंने कि पाक संदूक दे अगे दौद नबी नच, मतलब खुशी नाल पागल हो गया। उन्होंने ये भी नहीं पता सी कि वो कपड़े भी लथ रहे। इसलिए रब मेरा यारी है, मैनू किसी चीज़ की घाट नहीं। मतलब दौद नबी भुल गया सी सारा कुछ, उन्हें किसी चीज़ की घाट नहीं है क्योंकि प्रभु उहदे नाल है। ये खुशी दौद नबी ने प्रगट की खुलेआम सारे लोगों के सामने कि मेरा प्रभु मेरे नाल है। प्यारे भराओ भैनों, ये समा सानू प्रभु नू अपने नाल महसूस करन दा समा है। ये महामारी दा समा है। प्रभु साडे नाल है तो सानू कुछ नहीं होएगा। अज दे दिन दे पाठ जो पाकमास दे पाठ पढ़े गए सन, उन्हां उत्ते सवेर दी पाकमास दे विच मानयोग फादर सैमुअल ने तुहानू खुदा दे वचन ते चानना पाया सी। इसलिए मैं हुण अज दा जबूर तुहाडे अगे पढ़ांगा। अज दे दिन दा जबूर हैगा 71, ਉਹਦਾ 1 बाब तो 6 ਅਤੇ 15 ਤੋਂ 17 तक कि खुदा सानू इस जबूर विच की कहता है। इत्थे फिर सानू बड़ा वड्डा दिलासा मिलता है प्रभु कोलों। दिलासा मिलता है कि प्रभु दे विच मैं अपनी शरण लै सकदा। कोई भी विपता, कोई भी बीमारी, कोई भी कुछ भी है, जे प्रभु की शरण विच है तो मैनू कुछ नहीं होएगा। मैं तुहाडे सामने जबूर पढ़ांगा। हे प्रभु, मैं तेरी शरण विच आया हाँ, तू मैनू कदे शर्मिंदा ना होण दे। असीं सारे शर्मिंदगी तो, बेइज्जती तो डरदे, ते प्रभु की हजूरी भी सानू शर्मिंदगी तो, बेइज्जती तो बचाउंदी है। तू मेरी शरण लैन दी थां है जिथे मैं हमेशा जा सकदा हां। सो तू मेरा किला ते चट्टान है। तू मेरी शरण लैन दी थां, कहना मतलब कि प्रभु की हजूरी ही मेरी शरण है। प्रभु की हजूरी ही मेरी शरण है जिथे मैं अपने आप को फील प्रोटेक्टेड, सुरक्षित महसूस कर सकता। किदे तो प्रोटेक्टेड? हर एक चीज तो जो मेरे विरुद्ध जा सकती, मेरे वैरी, मेरिया बीमारियां, मेरिया कमियां कमजोरियां, मेरे अंदर जो दूसरे प्रति बुराई है वो तो भी प्रोटेक्टेड फील करता, सुरक्षित फील करता। क्योंकि जब मैं प्रभु की शरण में आ गया तो मैं प्रभु की शरण में है, वो मेरे लिए एक पाक समा है, पाक हजूरी है। मेरे ख्याल जेड़े प्रभु वालों होणगे, दुनियावी नहीं होणगे। इसलिए प्रभु तू मेरी शरण दी थां है। प्रभु दे विच मैं
शरण पा सकदा। हे मेरे परमेश्वर, तू मैनू दुष्ट अन्याय ते अत्याचार दे हत्थों बचावेगा। ये है शरण। जिद्दां मैनू किसी जगह ते रखिया गया है बचा के, मैनू कुछ ना होवे, वैरियां तो, अत्याचार तो, दुष्टता तो भी। इत्थे दुष्ट लिखिया, दुष्टा तो, पर दुष्टता तो भी बचा जो मेरे अंदर। हे प्रभु, तू मेरी आशा, हे मालिक, बालकपन तो ही तो मेरा भरोसा तेरे ते, छोटे हुंदिया तो ही मैं तेरे ते विश्वास करदा। क्यों? सानू किद्दां पता कि छोटे हुंदे ते? क्योंकि बपतिस्मा जिहड़ा सानू मिलिया सी साडे बचपन च मिलिया सी, छोटे ਜਿਹੇ ਸੀ। पुराने समय विच तां डर दिंदे ही लोग कि किते बच्चा मारी ना जावे, ते जिन्नी जल्दी बपतिस्मा हुंदा सी कर दिंदे सी। अजकल थोड़ा समा पा लेंदे आ, 1 महीना 2 महीना। सो ही चीज़ सानू लगदी कि मैं बचपन तो ही तेरे ते भरोसा रखदा हूँ, क्योंकि मेरे मापिया ने, मेरे परिवार ने मैनू खुदा दे विच ऑलरेडी बपतिस्मे दे द्वारा जन्म दे दिता सी। तू ही मैनू मेरी माता दे गर्भ तो बाहर लियांदा, मैं हमेशा तेरी वडियाई करांगा। मेरा जन्म प्रभु दी मर्जी नाल होया, इस धरती ते मैं प्रभु दी मर्जी दे नाल आया। बाइबल दस रही है, तू ही मैनू मेरी माता दे गर्भ तो बाहर लियांदा सी। मतलब खुदा दी मर्जी नाल मैं इस धरती ते आया। हो सकदा जे साडे मापे सानू ना चाहुंदे तां कुख विच भी मार सकदे सी, पर प्रभु दी मर्जी सी कि मैं इस धरती उत्ते आवां। इसलिए मेरा जन्म प्रभु दी मर्जी नाल होया। इसलिए मैनू बुलाया गया कि मैं प्रभु दी हमेशा वडियाई करदा रहां, क्योंकि बचपन तो ही प्रभु ने, बचपन तो ही मेरा प्रभु ते भरोसा है। बपतिस्मे दे द्वारा मैं प्रभु ते विश्वास करने लिए बुलाया गया, बचपन दे विच अते मेरी मां दी कुख विचों भी प्रभु दी मर्जी नाल ही मेरा जन्म होया। इसलिए प्रभु ही मेरी शरण बन सकता है, प्रभु ही मेरी रख्या बन सकता है, प्रभु ही मेरा किला ते मेरी चट्टान बन सकता है। फिर 15 बाब की आयत विच की लिखा, 15 आयत विच की लिखा होया 71 जबूर दे, मैं तेरे सत्त बारे दसांगा अते हर रोज तेरी मुक्ति दे कम्मां दा बयान करांगा। हुण मेरी जिम्मेवारी की है? मैं तेरी सच्चाई नू दूसरों के सामने दसूंगा अते तेरे महान कम्मां दा, मुक्ति दे कम्मां दा प्रचार करांगा। इहदा मतलब कि असी सारे ही प्रचारक हाँ, असी सारे मिशनरी हैं। प्रभु ये साडा फर्ज बन जाता है, प्रभु की सच्चाई नू दसना, प्रभु के कम्मां दा बयान करना। मैं तां उन्हां दी गिनती भी नहीं जानता। देखो कितनी सोहनी गल कही कि मैं ते तुहाडे महान कम्मां दी गिनती भी नहीं जानता, पर मैं उन्हां दा बयान जरूर करांगा। हे प्रभु परमेश्वर, मैं तेरे महान कम्मां दा बयान करदा होया आवांगा। मैं केवल तेरे सत्य दा ही बयान करांगा। उसे ही आयत नूं फिर दूजे शब्दां दे विच दस्सिया गया। पहला क्या गया 15 च, मैं तेरे सत्य दा बयान करांगा ते तेरे कम्मां नूं दसांगा। फिर वही गल नूं दोबारा दोहराया, मैं तेरे कम्मां नूं दसांगा तेरे सत्य दा बयान करांगा। हे परमेश्वर, तू मैनू मेरे बालकपन तो ही सिखाया है अते मैं इस समय तक तेरे अद्भुत कम्मां दा बयान करदा कि मेरा जीवन तो शुरू तो लैके जिन्नी देर तक मैं इत्थे रहूँगा धरती ते, मेरी शरण सिर्फ प्रभु ही हो सकता, क्योंकि ओदी मर्जी नाल मेरा जन्म होया। ओदे ते मेरा बचपन तो ही भरोसा है अते हुण मैं समझदार हो गया, सियाना हो गया। मैं प्रभु दे सत्य नूं ते प्रभु दे कम्मां नूं बयान करना,
ये मेरी जिम्मेवारी है। प्रभु यीशु मसीह च प्यारे प्राप्त भैनों, आओ उस प्रभु जो साढ़े सामने है उसनू महसूस करिए, उसनू देखिए, उस विच अपना विश्वास मजबूत बनाइए, क्योंकि वो साडा किला अते साडी चट्टान है। क्योंकि इस प्रभु दे विच ही साडी शरण है। सानू कोई चीज नहीं बचा सकती किते, जे प्रभु की मर्जी नहीं है। सिर्फ प्रभु की मर्जी होनी चाहिए है, तो प्रभु की मर्जी तां ही हो सकती जे असी भी प्रभु वाल जाइए। कि मैं महसूस कर सकता कि मैं अपने आप को आनंदित महसूस कर सकता, मेरे नाल प्रभु है, मैनू इधर उधर की टेंशन लैन की जरूरत नहीं है। प्रभु च मेरी शरण है, मैं तो सारे पासों सुरक्षित है। मैं अपनिया मुश्किलों को प्रभु ते छड़ सकदा, मैं अपनिया टेंशनों को प्रभु ते छड़ सकदा, ते एक आज़ाद बच्चे वांग, एक छोटे जे बच्चे वांग अपना जीवन गुजार सकते। क्योंकि छोटे बच्चों को पता होंदा साडे माँ प्यो ने सारा कुछ देख लेना, टेंशन नहीं लेंदे। इदां दा विश्वास कि प्रभु मेरे नाल है, उस विच मेरी शरण है, वही सारा कुछ है। उन्हें मैनू बचपन तो संभालिया ते अंत तक भी संभालूगा। तो सचमुच प्यारिओ, असीं उस प्रभु की शक्ति नूं, उस प्यार नूं महसूस कर सकते हैं। ते हुण असीं इस पाक हजूरी विच अपनी दुआवां प्रभु दे अगे पेश करिए। दुआवां करिए अपने आप लिए, अपनी जिंदगी नूं बदलण लई, प्रभु वाल मुड़न दे लई, पापां ते माफ़ी मंगण दे लई। प्रार्थना करिए उन्हां लोकां लई जो इस महामारी दे समय अपने जीवन नूं खतरे विच पा के दूसरिਆਂ ਦੀ मदद करने विच लगे होण, जिहदे विच हर तरह का समाज सुधारक, डॉक्टर ते नर्स, समाज की भलाई विच लगे वॉलंटियर्स ते होर बहुत सारे लोग, सरकारां, कि खुदा उन्होंने होर हिम्मत ते ताकत देवे तो उन्होंने दी रक्षा करे। प्रार्थना करिए उन्होंने लोगों लिए जो इस महामारी के वस विच आ चुके हैं। प्रार्थना इसलिए करिए क्योंकि इस महामारी के द्वारा बहुत सारे लोग चंगे भी हो रहे हैं। इसलिए प्रार्थना करांगी तो बहुत सारे लोग चंगे हो जाएंगे। प्रार्थना करिए उन्होंने लोगों लिए, उन्होंने रूहां लिए जो महामारी के कारण चलाना कर गई, कि प्रभु उन्होंने पापां नूं माफ़ कर दे अते उन्होंने अपने राज दे विच शांति देवे। प्रार्थना करिए इस महामारी के खात्मे लिए, ताकि ये महामारी खत्म हो जाए। पुराने नेम विच बहुत सारिया महामारियां आईयां सन, खुदा के गुस्से के कारण महामारियां आईयां सन, पर खुदा ने ही उन्होंने फिर खत्म किया। इसलिए घबराने की कोई जरूरत नहीं है, ये सारा कुछ खुदा के हाथ विच है। पर खुदा पछतावा चाहता है, खुदा पछतावा मंगता है साडे तो, सच्चा पछतावा, खुदा नूं जानन दा अते खुदा नूं पहचानन। मैं अपने पापां ते पछतावा करा, फिर खुदा नूं जाना, फिर खुदा नूं पहचाना, तां खुदा इस गुस्से नूं अपने नूं खत्म कर सकदा अते सानूं इस महामारी तो बचा सकदा। साडे अते खुदा विच दूरी कित्थों आउंदी है? साडे पाप दे कारण।
माई हवा ते बाबा आदम ने खुदा का हुक्म तोड़िया तो वह खुदा तो बहुत दूर हो गए। दस्या जाता कि खुदा शाम नूं आदम नाल वॉकिंग करदा हुंदा है, ईवनिंग वॉक। उन्होंने हुक्म तोड़ दिता तो बाग दे विचों कढ़ दिता गया। पाप का इन्ना असर हुंदा साडे ते कि खुदा तो सानू दूर कर दिंदा है। इसलिए प्यारिओ, ये समा है साडे लई खुदा वल मुड़न दा, अपने पापां ते पछतावा करन दा अते खुदा दी माफ़ी मंगण दा अते साडे उत्ते ते सारे संसार उत्ते खुदा दी दया मंगण दा, ताकि खुदा दी दया साडे उत्ते होवे, सानू पापां दी माफ़ी मिले अते सारे संसार उत्ते भी खुदा दी दया होवे अते महामारी दा समा जिहड़ा महामारी जिहड़ी खत्म हो जाए तो फिर खुदा दे लोग सारे संसार विच जिथे किते भी हन फिर अपनी खुशहाली विच वापस मुड़न, शांति विच, पर खुदा नूं लभदे होए, खुदा नूं जानन दे लई, खुदा दे नाल खुदा वल मुड़न दे लई अते खुदा नाल हमेशा जुड़े रहन दे लई। इसलिए आओ असीं ये साडे जो भी नेक इरादे हैं प्रार्थनावां दे वो खुदा नूं चढ़ाइए, ताकि खुदा साडे उत्ते अते सारे संसार उत्ते दया करे। आओ हुण असीं सारे मनुख जाति नूं प्रभु यीशु मसीह दे पाक दिल नूं समर्पण करिए, क्योंकि इस समय प्रभु यीशु दी दया दी बहुत लोड़ है। सारी मनुख जाति नूं प्रभु दी दया दी लोड़ है। जेकर प्रभु दया करे तो जो लोग महामारी नाल परेशान हैं प्रभु जी वो चंगे हो जाए अते महामारी दूर हो जाए। इसलिए आओ असीं सारे रल के सारी मनुख जाति नूं प्रभु यीशु मसीह दे पाक दिल नूं चढ़ाइए। ऐ बेहद प्यारे यीशु, मनुख जाति दे मुक्तिदाता, वेख असीं तेरे अवतार दे सामने बड़ी दीनता नाल सिजदा करदे हां। तू साडे वल रहम दी निगाह कर। असीं तेरे नाल एक होना चाहुंदे हां। असीं तेरे हां अते तेरे ही रहना चाहुंदे हां। देख इसलिए साडे विचों हर एक व्यक्ति अपनी आत्मा मर्जी नाल तेरे अत पवित्र दिल लई अपने आप नूं पेश कर रहा है। कईयां ने तेनू नहीं जानिया, बहुत सारे ने तेरे हुक्मां नूं ना मनदे होए तेनू त्याग दिता है। ऐ परम दयालु यीशु, उन्हां सारिਆਂ उत्ते मेहर कर, उन्हां सारिਆਂ नूं अपने पवित्र दिल वाल खिंच लै। ईमानदारां दा ए खुदा तू पातशाह है, ना सिर्फ उन्हां ईमानदारां दा जिन्हां ने तेनू कदे नहीं छड्डिया, पर उन्हां उजाड़ू पुत्रां दा भी जिन्हां ने तेनू छड़ दिता है। बख्श दे कि वो छेती ही अपने बाप के घर वापस आ जान, ताकि वो बद भक्ति की भुख नाल मर न जान। हे खुदा, उन्हां दा भी मालिक हो जो झूठी तालीम विच फसे होए हन, जा कलीसिया तो निकल के अड होए हन। उन्हां नूं मुड़ सच्चाई ते ईमान दी एकता विच लिया, ताकि इक्को इज्जड़ ते इक्को याजड़ी हो जावे। ऐ खुदा, अपनी कलीसिया नूं हर खतरे तो बचा के अमन, आजादी ते भलाई विच तरक्की दे। सब कौमां नूं शांति बख्श। किरपा करके धरती के एक कोने तो दूजे कोने तक एक ही आवाज़ सुनाई देवे कि खुदा दे पवित्र दिल की महिमा होवे, जिन्हें सानू मुक्ति बख्शी है। उन्होंने जलाल, बंदगी ते वडियाई दिती जावे सदा तो सदा तक। आमीन। और हुण उस प्रभु की बरकत लिए प्रार्थना करिए। साढ़े सारे लिए बड़ा ही खास समा है। हुण इस पाक यूक्रिस्ट द्वारा सानू सारे नू पाक यूक्रिस्टिक बरकत मिलेगी। आओ असीं अपनियां बीमारियां, अपनियां परेशानियां, दुख तकलीफां, फिक्रां नू प्रभु दे अगे रखिए अते शरीरक चंगियाई दे लिए भी प्रार्थना करिए। जो मंगदा है उसनू मिलता है, जो खटखटाउंदा है उसके लिए खुल जाता है, जो लभदा है वो उसनू पाउंदा है। प्रभु सानू कहंदा है, वही प्रभु हुण तुहानू बरकत देने वाला है।
आओ असीं सारे घुटने टेकीए, अपने सिरां नूं नवाइए ਅਤੇ उस प्रभु की बरकत के लिए अपने दिल खोल दईए, अपना मन खोल दईए, अपने आप को हलीम बनाइए, अपने आप को नीवें करिए, अपने कमांड नूं छड्डीए ਅਤੇ प्रभु की महानता उत्ते, प्रभु की शक्ति उत्ते विश्वास करके प्रभु दे अगे निवाचिए। इलाही पेट नूं सिजदा करिए बारंबार। इस इलाही पेट नूं ऐद पुराना मात होवे, नवा पुराना मात होवे, नवा ऐद वधदा जावे। वेख ना सकदी आँख जिसनूं, वेख ना सकदी आँख जिसनूं, सिर ही दसदा ईमान उसनूं, सिर ही दसदा ईमान उसनूं। इस इलाही प्रेत नूं बाप खुदा ने बेटे दे सदा गाए महिमा की। बाप खुदा दे बेटे दे सदा गाए महिमा की। ओ ना तो निकले रूह पाक दी, ओ ना तो निकले रूह पाक दी। इज्जत उस्तत पूरी होवे, इज्जत उस्तत पूरी होवे। इस इलाही पेट नूं तू उन्हां नूं आसमानी रोटी दित्ती है, जिस विच हर तरह दा आनंद रस मिलदा है। असीं प्रार्थना करिए। ए खुदा, तू इस उत्तम सैक्रामेंट दे राही अपने दुख भाग दी एक यादगार दित्ती है। सानू अपने शरीर ते लहू दे पवित्र भेद दा इस प्रकार आदर करन दा फजल बख्श कि असीं सदा मुक्ति दे फल नूं अनुभव करिए। तू जो जिउंदा ते राज करदा है सदा तो सदा तक। आमीन।